ਪੰਨੂ ਸਾਹਿਬ ਇੱਥੋਂ ਗੱਲ ਸ਼ੁਰੂ ਕਰੀਏ ਕਿ ਡੇਰਾ ਮੁਖੀ ਸਿਰਸਾ ਦੇ ਮੁਖੀ ਨੂੰ ਇੱਕ ਉਮਰ ਕੈਦ ਦੀ ਹੋਰ ਸਜ਼ਾ ਹੋ ਗਈ ਹੈ ਤੇ ਜੇਲ੍ਹ ਵਿੱਚ ਉਹਨੇ ਵੀਡੀਓ ਬਣਾਉਣ ਦੀ ਇਜਾਜ਼ਤ ਮੰਗੀ ਹੈ। ਇਹ ਤੀਜੀ ਉਮਰ ਕੈਦ ਹੈ ਜਿਹੜੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੋਈ ਹੈ। ਪਹਿਲੀ ਬਲਾਤਕਾਰ ਵਾਲੇ ਮਾਮਲੇ ਦੇ ਵਿੱਚ 10-10 ਸਾਲ ਦੀ 2 ਸਜ਼ਾ ਨੇ। ਇੱਕ ਸਜ਼ਾ ਜਦੋਂ ਖਤਮ ਹੋਈ ਫਿਰ ਦੂਜੀ ਸ਼ੁਰੂ ਹੋਣੀ ਹੈ, ਸੋ ਉਹ ਵੀ 20 ਸਾਲ ਦੀ ਹੈ। ਰਾਮਚੰਦਰ ਛਤਰਪਤੀ ਜਿਹੜਾ ਪੂਰਾ ਸੱਚ ਅਖਬਾਰ ਦਾ ਐਡੀਟਰ ਸੀ, ਉਹਦੇ ਕਤਲ ਦੇ ਮਾਮਲੇ ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਇਹ ਤੀਜੀ ਸਜ਼ਾ ਰਣਜੀਤ ਸਿੰਘ ਜਿਹੜਾ ਮੈਨੇਜਰ ਸੀ ਕਿਸੇ ਵੇਲੇ ਡੇਰੇ ਦਾ, ਉਹਨੂੰ ਕਤਲ ਕਰਵਾਇਆ ਇਹਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ। ਇਹਦੇ ਸਾਥੀਆਂ ਸਣੇ ਇਹਨੂੰ ਉਮਰ ਕੈਦ ਦੀ ਸਜ਼ਾ ਅੱਜ ਪੰਚਕੂਲੇ ਦੀ ਵਿਸ਼ੇਸ਼ CBI ਦੀ ਅਦਾਲਤ ਨੇ ਦਿੱਤੀ। 31 ਲੱਖ ਰੁਪਏ ਦਾ ਜੁਰਮਾਨਾ ਵੀ ਇਹਨੂੰ ਕੀਤਾ। ਗੁਰਮੀਤ ਰਾਮ ਰਹੀਮ ਜਿਹੜਾ ਕਿ ਜਿਹਨੇ ਇਹ ਆਪਣੀ ਸਲਤਨਤ ਆਪਣੇ ਹੱਥੀਂ ਬਣਾਈ ਤੇ ਆਪਣੀਆਂ ਕਰਤੂਤਾਂ ਦੇ ਨਾਲ ਉਜਾੜ ਲਈ, ਔਰ ਇਹਨੂੰ ਸਿਆਸਤਦਾਨਾਂ ਨੇ ਬਹੁਤ ਜ਼ਿਆਦਾ ਭੂਏ ਚੜਾਇਆ, ਇਹਨੂੰ ਸਿਰ ਦੇ ਉੱਤੇ ਚੜਾਇਆ। ਤੇ ਯਾਦ ਹੋਵੇ ਜਦੋਂ 17 ਦੇ ਵਿੱਚ ਇਹਨੂੰ ਦੋਸ਼ੀ ਠਹਿਰਾਇਆ ਜਾਂਦਾ, ਉਦੋਂ 2 ਦਿਨ ਪਹਿਲਾਂ ਜਿਹੜਾ ਇਸ ਵੇਲੇ ਗ੍ਰਹਿ ਮੰਤਰੀ ਆ ਹਰਿਆਣੇ ਦਾ, ਉਹ ਡੰਡੌਤ ਬੰਦਨਾ ਕਰਕੇ 51 ਲੱਖ ਰੁਪਏ ਦਾ ਚੈੱਕ ਇਹਨੂੰ ਚੜਾ ਕੇ ਆਇਆ ਸੀ। ਚਾਹੇ ਉਹ ਅਕਾਲੀ ਆਗੂ ਨੇ ਚਾਹੇ ਉਹ ਕਾਂਗਰਸੀ ਨੇ, ਹੱਥ ਬੰਨ ਕੇ ਇਹਦੇ ਮੂਹਰੇ ਡੇਰੇ ਦੇ ਵਿੱਚ ਖੜੇ ਵੇਖੇ ਜਾ ਸਕਦੇ ਆ 17 ਵਾਲੀਆਂ ਚੋਣਾਂ ਦੇ ਵਿੱਚ। ਇਹ ਉਹ ਕਾਰਾਂ ਦੇ ਵਿੱਚੋਂ ਅੱਗ ਜੀ ਕੱਢਦਾ, ਉਹਨਾਂ ਦੇ ਮੂਹਰਿਓਂ ਜਿਹੜਾ ਉਹ ਚਲੇ ਜਾਂਦਾ ਸੀਗਾ। ਇਹ ਸਲਤਨਤ ਇਹਨੇ ਐਸੀ ਇੱਕ ਖੜੀ ਕੀਤੀ। ਇਹ ਅਖੌਤੀ ਸਮਾਜ ਸੇਵੀ ਜਿਹੜਾ ਕਿ ਇਹਦੀ ਆੜ ਦੇ ਵਿੱਚ ਉਹ ਕੀ ਕੁਝ ਕਰਦਾ ਰਿਹਾ, ਹੁਣ ਤਾਂ ਸਾਰਾ ਕੁਝ ਸਾਹਮਣੇ ਆ ਚੁੱਕਿਆ ਹੋਇਆ। ਹੁਣ ਉਹਨੇ ਜਦੋਂ ਅੱਜ ਇਹਨੂੰ ਸਜ਼ਾ ਸੁਣਾਈ ਗਈ ਤਾਂ ਉਹਨੇ ਇਹ ਗੱਲ ਕਹੀ ਕਿ ਮੈਂ ਤਾਂ ਬਹੁਤ ਵੱਡਾ ਪਰਉਪਕਾਰੀ ਹਾਂ, ਮੈਂ ਕਿੰਨੀਆਂ ਵੇਸਵਾਵਾਂ ਸੀ ਜਿਨ੍ਹਾਂ ਦੇ ਵਿਆਹ ਕਰ ਦਿੱਤੇ, ਕਿੰਨੇ ਬਲੱਡ ਬੈਂਕ ਦੇ ਵਾਸਤੇ ਮੈਂ ਕੈਂਪ ਲਾਏ, ਕਿੰਨੀਆਂ ਸਾਫ਼ ਸਫਾਈ ਦੇ ਅਭਿਆਨ ਦੇ ਵਿੱਚ ਮੈਂ ਰਿਹਾ। ਜੇ ਤੁਹਾਨੂੰ ਯਾਦ ਹੋਵੇ ਤਾਂ ਜਿਹੜਾ ਸਵੱਛ ਭਾਰਤ ਦਾ ਵੀ ਬ੍ਰਾਂਡ ਅੰਬੈਸਡਰ ਕੇਂਦਰ ਵਾਲੀ ਸਰਕਾਰ ਨੇ ਇਹਨੂੰ ਬਣਾਇਆ ਸੀਗਾ ਜੀ। ਉਹਨੇ ਇਸ ਗੱਲ ਦੀ ਇਜਾਜ਼ਤ ਮੰਗੀ ਕਿ ਮੈਨੂੰ ਜੇਲ੍ਹ ਦੇ ਵਿੱਚੋਂ ਵੀਡੀਓ ਬਣਾਉਣ ਦੀ ਪਰਮਿਸ਼ਨ ਦਿੱਤੀ ਜਾਵੇ। ਜਿਹੜੇ ਜੱਜ ਸੀਗੇ ਵਿਸ਼ੇਸ਼ ਅਦਾਲਤ ਦੇ, ਉਹਨੇ ਇਹ ਗੱਲ ਕਹੀ ਇਹ ਅਦਾਲਤ ਦੇ ਕ੍ਰਾਈਟੇਰੀਆ ਦੇ ਵਿੱਚ ਨਹੀਂ ਆਉਂਦਾ, ਇਹਦੀ ਪਰਮਿਸ਼ਨ ਜੇ ਤੁਸੀਂ ਲੈਣੀ ਆ ਤਾਂ ਜੇਲ੍ਹ ਪ੍ਰਸ਼ਾਸਨ ਤੋਂ ਮੰਗੋ। ਅਸਲ ਦੇ ਵਿੱਚ ਉਹ ਜੇਲ੍ਹ ਦੇ ਵਿੱਚੋਂ ਆਪਣੇ ਡੇਰੇ ਦੇ ਇਹਨੂੰ ਸਲਤਨਤ ਨੂੰ ਬਚਾਈ ਰੱਖਣਾ ਚਾਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਉਹ ਜੇਲ੍ਹ ਦੇ ਅੰਦਰੋਂ ਡੇਰੇ ਵਾਲੇ ਪ੍ਰੇਮੀਆਂ ਦੇ ਨਾਂ ਦੇ ਉੱਤੇ ਕੋਈ ਨਾ ਕੋਈ ਸੰਦੇਸ਼ ਦਿੰਦਾ ਰਹੇ। ਉਂਝ ਵੈਸੇ ਸਰਕਾਰਾਂ ਅੱਜ ਵੀ ਉਹਦੀ ਮਦਦ ਕਰਦੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਹੀ ਆਪਾਂ ਦੇਖਿਆ ਸੀ ਕਿ ਉਹਨੂੰ ਪੈਰੋਲ ਦੇ ਦਿੱਤੀ ਜਾਂਦੀ ਆ। ਪੈਰੋਲ ਕਿਤੋਂ ਦੀ ਦਿੱਤੀ ਹੁੰਦੀ ਆ, ਉਹਨੂੰ ਲੈ ਕਿਤੇ ਹੋਰ ਜਗ੍ਹਾ ਦੇ ਉੱਤੇ ਜਾਂਦੇ ਆ। ਪੁਲਿਸ ਇੰਨੀ ਕੁ ਉਹਦੇ ਉੱਤੇ ਮਿਹਰਬਾਨ ਹੈ ਕਿ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਦੇ ਵਿੱਚ ਉਹਨੂੰ ਲਿਜਾਇਆ ਜਾਂਦਾ, ਰਾਹ ਦੇ ਵਿੱਚ ਔਰਤਾਂ ਚੜ੍ਹਾ ਦਿੱਤੀਆਂ ਜਾਂਦੀਆਂ ਨੇ, ਫਿਰ ਉਹਨੂੰ ਇੱਥੇ ਰੋਹਤਕ ਦੀ ਜੇਲ੍ਹ ਦੇ ਵਿੱਚ ਜਦੋਂ ਵਾਪਸ ਲਿਆਂਦਾ ਜਾਂਦਾ, ਕਈ ਘੰਟਿਆਂ ਤੋਂ ਬਾਅਦ ਉਹ ਕੀ ਕੁਝ ਹੁੰਦਾ, ਕੀ ਕੁਝ ਵਾਪਰਦਾ ਸਭ ਦੇ ਸਾਹਮਣੇ ਆ। ਅਕਲ ਮਤਲਬ ਕਿ ਇਹਨਾਂ ਰਾਜਨੀਤਿਕ ਲੋਕਾਂ ਨੇ ਅਜੇ ਵੀ ਨਹੀਂ ਸਿੱਖੀ। ਇਹ ਤੀਜਾ ਕੇਸ ਸੀਗਾ ਲਗਾਤਾਰ ਜਿਹਦੇ ਵਿੱਚ ਉਹਨੂੰ ਉਮਰ ਕੈਦ ਹੋਈ। ਸ਼ਾਇਦ ਬਹੁਤ ਘੱਟ ਕੇਸਾਂ ਦੇ ਵਿੱਚ ਇਦਾਂ ਸੁਣਨ ਨੂੰ ਮਿਲਿਆ ਹੋਊਗਾ ਕਿ 3-3 ਉਮਰ ਕੈਦ ਇੱਕ ਵਿਅਕਤੀ ਨੂੰ ਹੋਈਆਂ ਹੋਣ। ਜਿਹੜੀ ਹੁਣ ਸਵਾਲ ਵੱਡਾ ਇਹ ਆ, ਇਹਦੇ ਉੱਤੇ ਵੱਡੀ ਬਹਿਸ ਚੱਲ ਰਹੀ ਆ ਕਿਉਂਕਿ ਇਹਦੇ ਵਿੱਚ ਤਾਉਮਰ ਲਿਖਿਆ। ਤਾਉਮਰ ਮਤਲਬ ਕਿ ਟਿਲ ਡੈਥ ਹੁੰਦਾ। ਉੱਪਰਲੀਆਂ ਅਦਾਲਤਾਂ ਦੇ ਵਿੱਚ ਇਹ ਜਦੋਂ ਜਾਊਗਾ, ਉੱਥੋਂ ਜੇ ਤਾਂ ਇਹ ਜਿਹੜੀ 10-10 ਸਾਲ ਵਾਲੀ ਸਜ਼ਾ ਹੈ ਉਹ ਇਹ ਸਾਰੀਆਂ ਬਰਾਬਰ ਤੇ ਚੱਲਦੀਆਂ ਨੇ ਫਿਰ ਹੋਰ ਗੱਲ ਹੈ, ਨਹੀਂ ਤਾਂ ਅਦਰਵਾਈਜ਼ ਪਹਿਲੇ 10 ਸਾਲ ਦੀ ਮੁੱਕਣੀ ਹੈ ਤੇ ਦੂਜੇ 10 ਸਾਲ ਦੀ ਜਿਹੜੀ ਕੈਦ ਹੈ ਉਹ ਇੱਥੋਂ ਸਟਾਰਟ ਹੋਣੀ ਆ। ਇੱਕ ਕੇਸ ਉਹਦੇ ਉੱਤੇ ਹੋਰ ਬੜਾ ਗੰਭੀਰ ਅਜੇ ਪਿਆ ਜਿਹਦੇ ਵਿੱਚ ਇਹਨੇ ਆਪਣੇ ਇਹਦੇ ਜਿਹੜੇ ਚੇਲੇ ਸੀ ਉਹਨਾਂ ਨੂੰ ਨਪੁੰਸਕ ਬਣਾ ਦਿੱਤਾ ਸੀਗਾ ਤਾਂ ਕਿ ਇਹਦੇ ਡੇਰੇ ਦੇ ਅੰਦਰ ਜਿਹੜੀਆਂ ਸਾਧਵੀਆਂ ਨੇ ਉਹਨਾਂ ਦੀ ਸਿਕਿਉਰਿਟੀ ਇਹ ਨਪੁੰਸਕ ਬਣਾਈ ਆਪਣੀ ਉਸ ਫੌਜ ਦੇ ਕੋਲੋਂ ਕਰਵਾ ਸਕੇ। ਉਹ ਬਹੁਤ ਗੰਭੀਰ ਮਾਮਲਾ ਹੈ।
ਆਉਂਦੇ ਦਿਨਾਂ ਦੇ ਦੌਰਾਨ ਉਹਦਾ ਵੀ ਫੈਸਲਾ ਆਉਣ ਵਾਲਾ। ਹੁਣ ਵੇਖਣਾ ਇਹ ਹੋਊਗਾ, ਕਿਉਂਕਿ ਜੇ ਅੱਜ ਆਪਾਂ ਓਵਰਆਲ ਲਾਈਏ, ਜਦੋਂ ਦੀ ਇਹ ਸਜ਼ਾ ਸੁਣਾਈ ਗਈ ਆ, ਕੋਈ ਇੱਥੋਂ ਦੇ ਮੁਤਾਬਕ 4:40 ਦੇ ਉੱਤੇ ਸ਼ਾਮ ਦੇ ਵੇਲੇ ਸਜ਼ਾ ਸੁਣਾਈ ਗਈ। ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਹਿੱਲ-ਜੁਲ ਕਿਸੇ ਜਗ੍ਹਾ ਤੇ ਨਜ਼ਰ ਨਹੀਂ ਆਈ, ਕਿਉਂਕਿ ਧਾਰਾ 144 ਇੱਥੇ ਪੰਚਕੂਲੇ ਦੇ ਵਿੱਚ ਵੀ ਲਾਈ ਹੋਈ ਸੀ, ਸਰਸੇ ਦੇ ਵਿੱਚ ਵੀ ਲਾਈ ਹੋਈ ਸੀ, ਥਾਂ-ਥਾਂ ਦੇ ਉੱਤੇ ਪੈਰਾਮਿਲਟਰੀ ਫੋਰਸਸ ਤਾਇਨਾਤ ਕੀਤੀਆਂ ਹੋਈਆਂ ਸੀ। ਇਹਦਾ ਮਤਲਬ ਇਹ ਆ ਕਿ ਡੇਰੇ ਦੇ ਅੰਦਰ ਵੀ ਇਸ ਚੀਜ਼ ਨੂੰ ਐਕਸੈਪਟ ਇੱਕ ਕਿਸਮ ਦੇ ਨਾਲ ਕਰ ਲਿਆ ਗਿਆ ਵੀ ਹੁਣ ਉਹਦਾ ਬਾਹਰ ਆਉਣਾ ਬੜਾ ਔਖਾ। ਉਹ ਹਾਈ ਸਿਕਿਉਰਿਟੀ ਸੈੱਲ ਦੇ ਵਿੱਚ ਹੈ, ਪਰ ਜਦੋਂ ਉਹ ਚਾਹੁੰਦਾ ਉਹਨੂੰ ਬਾਹਰ ਆਉਣ ਦੀ ਭਾਵੇਂ ਕਿਸੇ ਨਾ ਕਿਸੇ ਬਹਾਨੇ ਨਾਲ ਹੀ ਮਿਲਦੀ ਆ, ਪਰ ਰੋਲ ਤਾਂ ਫੇਰ ਵੀ ਸਿਆਸੀ ਲੋਕ ਦਵਾ ਹੀ ਦਿੰਦੇ ਆ। ਅੱਛਾ ਪੰਨੂ ਸਾਹਿਬ, ਇਹ ਦੱਸਿਓ ਵੀ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਹੁਣ ਇੱਕ ਗ੍ਰਿਫਤਾਰੀ ਹੋਈ ਹੈ ਤੇ ਇਹ ਹੈਗੀ ਸੁਮਿਤ ਜੈਸਵਾਲ ਉਰਫ ਮੋਦੀ ਗ੍ਰਿਫਤਾਰ ਹੋਇਆ। ਇਹਦੇ ਕੀ ਵੇਰਵੇ ਨੇ ਜੀ? ਦੇਖੋ, ਪੁਲਿਸ ਆਪਣੀ ਇਹਨੂੰ ਇੱਕ ਵੱਡੀ ਸਫਲਤਾ ਦੇ ਰੂਪ ਦੇ ਵਿੱਚ ਲੈ ਰਹੀ ਆ। ਪੁਲਿਸ ਦੇ ਵੱਲੋਂ ਦੱਸਿਆ ਇਹ ਗਿਆ ਕਿ ਸੁਮਿਤ ਜੈਸਵਾਲ ਉਰਫ ਮੋਦੀ ਨੂੰ ਗ੍ਰਿਫਤਾਰ ਕੀਤਾ। SIT ਜਿਹੜੀ ਬਣਾਈ ਆ, ਉਹਨੇ ਸੁਮਿਤ ਦੇ ਨਾਲ ਉਹਦੇ ਸਾਥੀ ਨੰਦਨ ਸ਼ਿਸ਼ੂਪਾਲ ਤੇ ਇੱਕ ਹੋਰ ਬੰਦੇ ਨੂੰ ਵੀ ਗ੍ਰਿਫਤਾਰ ਕੀਤਾ। ਇਹ ਮੰਨਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਛੇਤੀ ਹੋਰ ਨਵੇਂ ਵੱਡੇ ਖੁਲਾਸੇ ਹੋ ਸਕਦੇ ਆ। ਸੁਮਿਤ ਜੈਸਵਾਲ ਉਸੇ ਥਾਰ ਜੀਪ ਦੇ ਵਿੱਚ ਸਵਾਰ ਸੀਗਾ ਜਿਹਨੇ ਕਿਸਾਨਾਂ ਨੂੰ ਕੁਚਲ ਕੇ ਮਾਰ ਦਿੱਤਾ ਸੀ। ਜੀਪ ਤੋਂ ਉੱਤਰ ਕੇ ਭੱਜਦੇ ਵੇਲੇ ਜਿਹੜਾ ਵੀਡੀਓ ਇੱਕ ਵਾਇਰਲ ਹੋਇਆ ਸੀਗਾ, ਉਹ ਸੁਮਿਤ ਜੈਸਵਾਲ ਹੈ। ਜਿਹੜਾ ਦੂਸਰਾ ਵੀਡੀਓ ਆਇਆ ਸੀ, ਇੱਕ ਤਾਂ ਪਹਿਲਾ ਜਿਹੜਾ ਕਿਸਾਨਾਂ ਦੇ ਉੱਤੇ ਜੀਪ ਚੜ੍ਹਦੀ ਆ, ਦੂਜੀ ਜਦੋਂ ਜੀਪ ਸਟਕ ਖੜੀ ਆ ਤੇ ਉਹਦੇ ਪਿਛਲੇ ਟਾਇਰ ਦੇ ਹੇਠ ਇੱਕ ਕਿਸਾਨ ਆਇਆ ਹੋਇਆ, ਉਹਦੇ ਨੂੰ ਜਿਹੜਾ ਨਿਕਲ ਕੇ ਪਤਲਾ ਜਿਹਾ ਵਿਅਕਤੀ ਭੱਜਦਾ, ਉਹ ਸੁਮਿਤ ਜੈਸਵਾਲ ਆ। ਜੀਪ ਤੋਂ ਉੱਤਰ ਕੇ ਭੱਜਦੇ ਵੇਲੇ ਉਹ ਵੀਡੀਓ ਉਹਦਾ ਕਿਸੇ ਨੇ ਬਣਾਇਆ ਸੀਗਾ, ਬਾਅਦ ਦੇ ਵਿੱਚ ਇਹ ਵਾਇਰਲ ਹੋ ਗਿਆ। ਹਾਲਾਂਕਿ ਸਪਸ਼ਟ ਨਹੀਂ ਹੋ ਸਕਿਆ ਕਿ ਉਹਨੂੰ ਇਹ ਗ੍ਰਿਫਤਾਰ ਕਿੱਥੋਂ ਕੀਤਾ ਗਿਆ। ਲਖੀਮਪੁਰ ਖੀਰੀ ਹਿੰਸਾ ਦੇ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਇਆ ਸੀਗਾ। ਉਦੋਂ ਤੋਂ ਸੁਮਿਤ ਜੈਸਵਾਲ ਫਰਾਰ ਹੋ ਗਿਆ ਸੀਗਾ। ਪੁਲਿਸ ਉਹਨੂੰ ਲੱਭ ਰਹੀ ਸੀਗੀ, ਉਹਦੀ ਲੋਕੇਸ਼ਨ ਨਹੀਂ ਸੀ ਮਿਲ ਰਹੀ। ਅੱਜ ਪੁਲਿਸ ਨੇ ਇਹਦੀ ਗ੍ਰਿਫਤਾਰੀ ਪਾਈ ਆ। ਹੁਣ ਪਹਿਲਾਂ ਦਾ ਪੁਲਿਸ ਦੇ ਕੋਲੇ ਆ ਜਾਂ ਵਾਕਿਆ ਹੀ ਅੱਜ ਗ੍ਰਿਫਤਾਰ ਹੋਇਆ, ਕਿਉਂਕਿ ਇਹਨਾਂ ਮਾਮਲਿਆਂ ਦੇ ਉੱਤੇ ਇਤਬਾਰ ਕਰ ਸਕਣਾ ਬੜਾ ਔਖਾ। ਉਹਦਾ ਕਾਰਨ ਇਹ ਆ ਕਿ ਜਿਹੜਾ ਮੇਨ ਉੱਤੇ ਆ ਮਾਈ ਬਾਪ ਇਹਨਾਂ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ, ਉਹ ਆਪਣੇ ਅਹੁਦੇ ਦੇ ਉੱਤੇ ਬਰਕਰਾਰ ਹੈ ਔਰ ਉਹਦੇ ਵਿੱਚ ਉਹਦੇ ਅਹੁਦੇ ਦੇ ਉੱਤੇ ਬਰਕਰਾਰ ਚੱਲਦਿਆਂ ਪੁਲਿਸ ਤੋਂ ਨਿਰਪੱਖ ਜਾਂਚ ਦੀ ਉਮੀਦ ਕਰ ਸਕਣੀ ਬਹੁਤ ਔਖੀ ਹੈ। ਇਹ ਕਿਹਾ ਜਾ ਰਿਹਾ ਕਿ SIT ਨੂੰ ਇਹਦੀ ਸੁਮਿਤ ਜੈਸਵਾਲ ਦੀ ਕਈ ਦਿਨਾਂ ਤੋਂ ਭਾਲ ਸੀਗੀ ਔਰ ਇਹ ਵੀ ਆ ਕਿ ਸੁਮਿਤ ਜੈਸਵਾਲ ਥਾਰ ਗੱਡੀ ਤੋਂ ਕਿਸਾਨਾਂ ਨੂੰ ਕੁਚਲਣ ਤੋਂ ਬਾਅਦ ਉੱਤਰ ਕੇ ਭੱਜਿਆ ਸੀ। ਉਹ ਦੱਸ ਸਕਦਾ ਹੈ ਕਿ ਉਸ ਵੇਲੇ ਥਾਰ ਨੂੰ ਕੌਣ ਚਲਾ ਰਿਹਾ ਸੀ। ਥਾਰ ਦੀ ਡਰਾਈਵਿੰਗ ਸੀਟ ਦੇ ਉੱਤੇ ਬੈਠੇ ਵਿਅਕਤੀ ਦੀ ਪਹਿਚਾਣ ਨੂੰ ਲੈ ਕੇ ਅਜੇ ਤੱਕ ਭੇਦ ਬਣਿਆ ਹੋਇਆ। ਘਟਨਾ ਦੇ ਵਿੱਚ ਥਾਰ ਸਵਾਰ ਜਿਹੜੇ ਸੀਗੇ ਲੋਕ, ਉਹਨਾਂ ਦੇ ਵਿੱਚੋਂ ਕੁਝ ਦੀ ਮੌਤ ਹੋ ਚੁੱਕੀ ਹੋਈ ਆ। ਇਹ ਕਿਹਾ ਗਿਆ ਕਿ ਉਹਨੂੰ ਕੋਈ ਡਰਾਈਵਰ ਚਲਾ ਰਿਹਾ ਸੀਗਾ, ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਉਹਨੂੰ ਅਸਲ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਮੁੰਡਾ ਖੁਦ ਉਸ ਜੀਪ ਨੂੰ ਚਲਾ ਰਿਹਾ ਸੀ। ਹੁਣ ਵੱਡਾ ਸਵਾਲ ਇਹੀ ਹੋਊਗਾ ਕਿ ਕੀ ਸੁਮਿਤ ਜੈਸਵਾਲ ਦੀ ਜਿਹੜੀ ਗ੍ਰਿਫਤਾਰੀ ਆ, ਕੀ ਇੱਕ ਜਾਣਬੁੱਝ ਕੇ ਕੈਲਕੂਲੇਟਡ ਤਰੀਕੇ ਦੇ ਨਾਲ ਕੀਤੀ ਗਈ ਆ, ਕਿ ਉਹ ਪਹਿਲਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀਗਾ? ਜੇ ਪੁਲਿਸ ਨੇ ਹੁਣ ਉਹਨੂੰ ਗ੍ਰਿਫਤਾਰ ਕੀਤਾ ਤਾਂ ਕੀ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਦੇ ਖਿਲਾਫ ਬਿਆਨ ਦੇ ਸਕਦਾ ਕਿ ਉਹ ਥਾਰ ਜੀਪ ਨੂੰ ਚਲਾ ਰਿਹਾ ਸੀਗਾ, ਜਾਂ ਉਹ ਮੰਤਰੀ ਦੇ ਅਗੇਂਸਟ ਜਾ ਕੇ ਬਿਆਨ ਦੇ ਸਕਦਾ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਇੱਕ ਵੱਡਾ। ਇਹ ਵੱਖਰੀ ਗੱਲ ਹੈ ਕਿ ਲਖੀਮਪੁਰ ਖੀਰੀ ਹਿੰਸਾ ਵਾਲੇ ਮਾਮਲੇ ਦਾ ਜਿੰਨਾ ਜ਼ਿਆਦਾ ਚਰਚਾ ਅੱਜ ਤੋਂ 3 ਦਿਨ ਪਹਿਲਾਂ ਸੀਗਾ, ਉਹ ਅੱਧਿਓਂ ਅੱਧਾ ਰਹਿ ਗਿਆ ਨਿਹੰਗਾਂ ਵਾਲੀ ਘਟਨਾ ਹੋਣ ਤੋਂ ਬਾਅਦ। ਕਿਉਂਕਿ ਦੇਖਿਆ ਜਾਵੇ ਤਾਂ ਤੁਸੀਂ ਦੇਖਿਆ ਹੋਊਗਾ ਕਿ ਅਮਰੀਕਾ ਦੇ ਵਿੱਚ ਫਾਈਨੈਂਸ ਮਿਨਿਸਟਰ ਇੱਥੋਂ ਗਏ ਨੇ, ਸਵਾਲ ਉਹਨਾਂ ਨੂੰ ਵੀ ਲਖੀਮਪੁਰ ਖੀਰੀ ਹਿੰਸਾ ਵਾਲਾ ਹੋਇਆ, ਜਵਾਬ ਦੇਣਾ ਉਹਨਾਂ ਨੂੰ ਵੀ ਉੱਥੇ ਔਖਾ ਹੋ ਗਿਆ, ਨਿਰਮਲਾ ਸੀਤਾ ਰਮਨ ਹੋਰਾਂ ਨੂੰ। ਪਰ ਪਿਛਲੇ 2 ਦਿਨਾਂ ਤੋਂ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂਦੇ ਹੋ ਤਾਂ ਲਖੀਮਪੁਰ ਖੀਰੀ ਦਾ ਕਿਤੇ ਜ਼ਿਕਰ ਹੀ ਹੈ ਨਹੀਂਗਾ, ਉਹਦਾ ਜ਼ਿਕਰ ਹੀ ਦੱਬ ਦਿੱਤਾ ਗਿਆ। ਅੱਛਾ ਪਰ ਸਾਹਿਬ, ਇਹ ਦੱਸਿਓ ਵੀ ਵਿਜੇ ਸਾਂਪਲਾ ਨੇ ਜਥੇਦਾਰ ਨੂੰ ਲਿਖਿਆ ਤੇ ਲਖਬੀਰ ਨੂੰ ਦੋਸ਼ੀ ਸਾਬਤ ਹੋਣ ਤੱਕ ਦੋਸ਼ੀ ਨਾ ਕਹੋ, ਸੋ ਇਹਦੇ ਬਾਰੇ ਹੋਰ ਕੀ ਵੇਰਵੇ ਨੇ ਜੀ?
देखो जी, एक तो ਜਿਹੜੇ ਨਿਹੰਗ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ 27 ਤਰੀਕ ਨੂੰ ਉੱਥੇ ਇਕੱਠ ਸੱਦਾਂਗੇ ਤੇ ਅਸੀਂ ਇਕੱਠ ਸੱਦ ਕੇ ਇਹ ਤੈਅ ਕਰਾਂਗੇ ਵੀ ਅਸੀਂ ਉੱਥੋਂ ਜਾਣਾ ਜਾਂ ਉੱਥੇ ਟਿਕਣਾ ਕੁੰਡਲੀ ਮੋਰਚੇ ਦੇ ਉੱਤੇ। ਉਧਰ ਇਹਦੇ ਵਿੱਚ ਇੱਕ ਇਹ ਨਵਾਂ ਟਵਿਸਟ ਹੈ ਕਿ ਜਿਹੜਾ ਐਸਸੀ ਕਮਿਸ਼ਨ ਹੈ ਉਹਦੇ ਚੇਅਰਮੈਨ ਵਿਜੇ ਸਾਂਪਲਾ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਆ ਕਿ ਇੱਥੇ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ ਦੇ ਉੱਤੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤੇ ਗਏ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਦਾ ਭੋਗ ਸਿੱਖ ਧਰਮ ਮੁਤਾਬਕ ਕਰਵਾਇਆ ਜਾਵੇ। ਸਾਂਪਲਾ ਨੇ ਆਪਣੀ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਤੁਹਾਨੂੰ ਇਹਦੀ ਜਾਣਕਾਰੀ ਹੋਊਗੀ ਕਿ ਉਹਦੇ ਅੰਤਮ ਸੰਸਕਾਰ ਤੇ ਕੁਝ ਲੋਕਾਂ ਨੇ ਖਾਸ ਕਰਕੇ ਸਤਕਾਰ ਕਮੇਟੀ ਨੇ ਇਹ ਕਹਿ ਕੇ ਉਹਦੇ ਸਿੱਖੀ ਰਹੁ ਰੀਤਾਂ ਦੇ ਅਨੁਸਾਰ ਅੰਤਮ ਸੰਸਕਾਰ ਨਹੀਂ ਹੋਣ ਦਿੱਤਾ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਤੇ ਉਹਦੇ ਅੰਤਮ ਸੰਸਕਾਰ ਤੇ ਕੋਈ ਅਰਦਾਸ ਨਹੀਂ ਕਰਨ ਦਿੱਤੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਪ੍ਰਚਾਰੀ ਜਾ ਰਹੀ ਆ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਥੇ ਨਹੀਂ ਹੋਈ। ਉਹ ਪੋਥੀ ਆ, ਠੀਕ ਹੈ ਕਿ ਉਹ ਜਿਹੜੀ ਪੋਥੀ ਆ ਉਹਦੀ ਬੇਅਦਬੀ ਹੋਈ ਜਾਂ ਨਹੀਂ ਹੋਈ, ਇਹਦੇ ਵਿੱਚ ਸਾਂਪਲਾ ਸਾਹਿਬ ਨੇ ਆਪਣੀ ਚਿੱਠੀ ਦੇ ਵਿੱਚ ਜ਼ਿਕਰ ਕੁਝ ਕੀਤਾ। ਉਹਨੇ ਇਹ ਗੱਲ ਕਹੀ ਆ ਕਿ ਵਾਇਰਲ ਵੀਡੀਓ ਦੇ ਵਿੱਚ ਕੁਝ ਲੋਕ ਤੜਪਦੇ ਹੋਏ ਲਖਬੀਰ ਦੇ ਕੋਲੇ ਖੜੇ ਨੇ ਤੇ ਬੋਲ ਰਹੇ ਆ ਕਿ ਇਹਨੇ ਬੇਅਦਬੀ ਕੀਤੀ ਆ, ਪਰ ਉਹਨੇ ਚਿੱਠੀ 'ਚ ਲਿਖਿਆ ਕਿ ਸੱਚ ਇਹ ਆ ਕਿ ਇਸ ਸਬੰਧ ਦੇ ਵਿੱਚ ਅਜੇ ਤੱਕ ਕੋਈ ਵੀ ਵੀਡੀਓ ਜਾਂ ਫੋਟੋ ਪ੍ਰਮਾਣ ਦੇ ਰੂਪ ਦੇ ਵਿੱਚ ਸਾਹਮਣੇ ਨਹੀਂ ਆਇਆ ਜਿਹਦੇ ਨਾਲ ਇਹ ਸਾਬਤ ਹੋ ਸਕੇ ਕਿ ਅਨੁਸੂਚਿਤ ਜਾਤੀ ਦੇ ਇਸ ਸਿੱਖ ਲਖਬੀਰ ਸਿੰਘ ਨੇ ਬੇਅਦਬੀ ਕੀਤੀ ਆ। ਸਾਂਪਲਾ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਕਿ ਜਿਹੜੇ ਵੀਡੀਓ ਸਾਹਮਣੇ ਆਏ ਆ ਉਹਦੇ ਵਿੱਚੋਂ ਇੱਕ ਦੇ ਵਿੱਚ ਜ਼ਮੀਨ ਤੇ ਪਿਆ ਲਖਬੀਰ ਸਿੰਘ ਬੇਰਹਿਮੀ ਨਾਲ ਕੱਟੇ ਹੱਥ ਦੇ ਨਾਲ ਜਿਹੜਾ ਉਹ ਕਰਾਉਂਦਾ ਦਿਖ ਰਿਹਾ, ਦੂਜੇ ਦੇ ਵਿੱਚ ਉਹਦੇ ਮੁੱਖ ਮੰਚ ਦੇ ਨੇੜੇ ਉਹਨੂੰ ਪੁੱਠਾ ਟੰਗਿਆ ਹੋਇਆ, ਤੀਜੇ ਵੀਡੀਓ ਦੇ ਵਿੱਚ ਉਹਨੂੰ ਬੈਰੀਕੇਡ ਦੇ ਨਾਲ ਟੰਗਿਆ ਹੋਇਆ। ਸਾਂਪਲਾ ਨੇ ਇਸ ਚਿੱਠੀ 'ਚ ਲਿਖਿਆ ਕਿ ਜਦੋਂ ਤੱਕ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਇਹ ਸਾਬਤ ਨਹੀਂ ਹੋ ਜਾਂਦਾ ਕਿ ਉਹਨੇ ਕਿਸੇ ਕਿਸਮ ਦੀ ਬੇਅਦਬੀ ਕੀਤੀ ਆ, ਉਦੋਂ ਤੱਕ ਲਖਬੀਰ ਸਿੰਘ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ। ਉਹਨੇ ਵੀ ਲਿਖਿਆ ਕਿ ਵਾਇਰਲ ਵੀਡੀਓ ਵਿੱਚ ਉੱਥੇ ਖੜੇ ਨਿਹੰਗ ਲੋਕ ਆਪ ਬੋਲ ਰਹੇ ਆ ਕਿ ਲਖਬੀਰ ਸਿੰਘ ਸਰਬਲੋ ਗ੍ਰੰਥ ਦੀ ਪੋਥੀ ਲੈ ਕੇ ਭੱਜ ਗਿਆ ਸੀ। ਇਹ ਚਿੱਠੀ ਦੇ ਨਾਲ ਜਿਹੜਾ ਕਿਉਂਕਿ ਇਹ ਟਕਰਾਓ ਵਾਲੀ ਸਥਿਤੀ ਬਣੂਗੀ ਥੋੜੀ, ਕਿਉਂਕਿ ਸਤਕਾਰ ਕਮੇਟੀ ਵਾਲੇ ਪਹਿਲਾਂ ਗਏ ਸੀ ਜਿਸ ਦਿਨ ਉਹਦਾ ਅੰਤਮ ਸੰਸਕਾਰ ਹੋਣਾ ਸੀ। ਹੁਣ ਜਿਵੇਂ ਵਿਜੇ ਸਾਂਪਲਾ ਹੋਰਾਂ ਨੇ ਲਿਖਿਆ ਕਿ ਸਿੱਖੀ ਰਹੁ ਰੀਤਾਂ ਦੇ ਅਨੁਸਾਰ ਉਹਦੇ ਅੰਤਮ ਰਸਮਾਂ ਹੋਣੀਆਂ ਚਾਹੀਦੀਆਂ ਨੇ, ਉਹ ਫਿਰ ਉੱਥੇ ਪਹੁੰਚਣਗੇ। ਇਹਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਦਖਲ ਦਿੰਦੇ ਨੇ ਜਾਂ ਨਹੀਂ ਦਿੰਦੇ, ਪਰ ਕਿਉਂਕਿ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਵੱਲੋਂ ਲਿਖੀ ਹੋਈ ਚਿੱਠੀ ਆ ਇਹਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ। ਪੰਨੂ ਸਾਹਿਬ, ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਸੀ ਨਾ ਕਿ 2-3 ਦਿਨ ਪਹਿਲਾਂ ਤੱਕ ਜਾਂ ਇਹ ਘਟਨਾ ਵਾਪਰਨ ਤੋਂ ਪਹਿਲਾਂ ਸਾਰੇ ਪਾਸੇ ਲਖੀਮਪੁਰ ਖੇਰੀ ਵਾਲੀ ਗੱਲ ਜ਼ਿਆਦਾ ਚੱਲਦੀ ਸੀ ਤੇ ਹੁਣ ਉਹ ਅਟੈਂਸ਼ਨ ਇਸ ਹਿਸਾਬ ਨਾਲ ਡਾਇਵਰਟ ਹੋ ਗਈ। ਪਰ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ ਦੇ ਤਹਿਤ ਅੱਜ ਜਿਹੜਾ 6 ਘੰਟੇ ਦਾ ਰੇਲ ਰੋਕੋ ਅੰਦੋਲਨ ਵਿੱਢਿਆ ਗਿਆ ਸੀ, ਉਹਨੂੰ ਭਰਵਾਂ ਹੁੰਗਾਰਾ ਮਿਲਿਆ। ਉਹਦੇ ਵਿੱਚ ਜਿਹੜੀਆਂ ਉਸ ਰੇਲ ਰੋਕੋ ਅੰਦੋਲਨ ਦਾ ਮੁੱਖ ਜਿਹੜਾ ਡਿਮਾਂਡ ਸੀ ਉਹ ਲਖੀਮਪੁਰ ਖੇੜੀ ਵਾਲੀ ਜਿਹੜੀ ਘਟਨਾ ਸੀ ਉਹਦੇ ਵਿੱਚੋਂ ਹੀ ਨਿਕਲੀ ਸੀ। ਸੋ ਕੀ ਮੰਗ ਕਰ ਰਹੇ ਸੀ ਜੀ ਕਿਸਾਨ, ਤੇ ਰੇਲ ਰੋਕੋ ਅੰਦੋਲਨ ਨੂੰ ਕਿਹੋ ਜਿਹਾ ਰਿਸਪੌਂਸ ਮਿਲਿਆ ਅੱਜ? ਇਹ ਜਿਸ ਦਿਨ ਜਿਹੜੇ 4 ਕਿਸਾਨ ਤੇ ਇੱਕ ਪੱਤਰਕਾਰ ਜਿਹੜੇ ਦਰੜ ਕੇ ਮਾਰ ਦਿੱਤੇ ਗਏ ਸੀਗੇ, ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀਗਾ ਕਿ ਜੇਕਰ ਕੇਂਦਰੀ ਗ੍ਰਹਿ ਰਾਜ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਤੇ ਅਸੀਂ 18 ਤਰੀਕ ਨੂੰ ਰੇਲਾਂ ਰੋਕਾਂਗੇ। ਨਹੀਂ ਦਿੱਤਾ ਉਹਨੇ ਅਸਤੀਫਾ, ਕਿਉਂਕਿ ਇਹ ਕੇਂਦਰ ਦੀ ਸਰਕਾਰ ਨੂੰ ਵੀ ਪਤਾ ਹੈ ਕਿ ਜੇ ਅਸੀਂ ਇੱਕ ਅਸਤੀਫਾ ਲੈ ਲਿਆ ਇਹ ਸਾਡੀ ਹਾਰ ਹੋਊਗੀ। ਉਹ ਧੌਣ 'ਚ ਕਿੱਲਾ ਹੀ ਜਿਹੜਾ ਅੜਿਆ ਹੋਇਆ ਉਹਦੇ ਕਰਕੇ ਸਾਰਾ ਕੁਝ ਹੋਈ ਜਾਂਦਾ। ਅੱਜ ਰੇਲਾਂ ਰੋਕੀਆਂ ਗਈਆਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ। ਪੰਜਾਬ ਹਰਿਆਣਾ ਦੇ ਵਿੱਚ ਤਾਂ ਕੰਪਲੀਟ ਜਿਹੜਾ ਰੇਲ ਰੋਕੋ ਇਹ ਰਿਹਾ। ਕੋਈ ਟ੍ਰੇਨ ਕਿਸੇ ਪਾਸੇ ਨੂੰ ਨਹੀਂ ਚੱਲੀ, ਚਾਹੇ ਉਹ ਟ੍ਰੇਨ ਟਰੈਕ ਸੀ ਚਾਹੇ ਰੇਲਵੇ ਸਟੇਸ਼ਨ ਸੀ, ਸਾਰੇ ਕਿਸਾਨਾਂ ਦੇ ਨਾਲ ਭਰੇ ਰਹੇ। ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਆਖੀ ਸੀ ਕਿਸਾਨਾਂ ਨੂੰ ਕਿ ਕਿਸੇ ਕਿਸਮ ਦਾ ਕੋਈ ਜਿਹੜੀ ਪਬਲਿਕ ਪ੍ਰਾਪਰਟੀ ਆ ਉਹਦਾ ਨੁਕਸਾਨ ਨਹੀਂ ਕਰਨਾ।
ਨਾ ਰੇਲਵੇ ਸਟੇਸ਼ਨ ਦਾ ਕੋਈ ਨੁਕਸਾਨ ਕਰਨਾ ਕਿਸੇ ਕਿਸਮ ਦਾ, ਨਾ ਰੇਲਵੇ ਟਰੈਕ ਦਾ ਕੋਈ ਨੁਕਸਾਨ ਕਰਨਾ ਹੈ। ਸ਼ਾਂਤਮਈ ਤਰੀਕੇ ਦੇ ਨਾਲ ਰੋਸ ਮੁਜ਼ਾਹਰੇ ਕਰਨੇ ਆ। ਪੰਜਾਬ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ, ਰਾਜਸਥਾਨ ਦੇ ਵਿੱਚ ਵੀ ਟ੍ਰੇਨ ਨਹੀਂ ਚੱਲੀਆਂ, ਬਿਹਾਰ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਤਾਮਿਲਨਾਡੂ, ਕਰਨਾਟਕਾ, ਇੱਥੋਂ ਤੱਕ ਕਿ ਮਹਾਰਾਸ਼ਟਰ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੁੰਗਾਰਾ ਕਿਸਾਨਾਂ ਨੂੰ ਮਿਲਿਆ। ਮੁੰਬਈ ਦਾ ਇੰਨਾ ਬਿਜ਼ੀ ਰੇਲਵੇ ਸਟੇਸ਼ਨ ਆ, ਉੱਥੇ ਵੀ ਕਿਸਾਨ ਤੇ ਕਿਸਾਨਾਂ ਦੇ ਹੱਕ ਵਾਲਿਆਂ ਨੇ ਟ੍ਰੇਨ ਰੋਕੀਆਂ। ਉੱਥੇ ਹਾਲਾਤ ਇਹ ਰਹੇ ਕਿ ਜਿਹੜੇ ਇਹਨਾਂ ਟ੍ਰੇਨਾਂ ਦੇ ਵਿੱਚ ਸ਼ਾਮਲ ਯਾਤਰੂ ਸੀਗੇ ਉਹ ਰੇਲਵੇ ਸਟੇਸ਼ਨ ਦੇ ਉੱਤੇ ਆ ਕੇ ਆਪਣੇ ਉੱਥੋਂ ਦੇ ਲੋਕਲ ਨਾਚ ਕਰਦੇ ਰਹੇ ਔਰ ਇਹ ਕਹਿੰਦੇ ਰਹੇ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਕੁਝ ਘੰਟਿਆਂ ਬਾਅਦ ਚਲੇ ਜਾਵਾਂਗੇ, ਪਰ ਅਸੀਂ ਕਿਸਾਨਾਂ ਦੀਆਂ ਇਹਨਾਂ ਮੰਗਾਂ ਦੇ ਨਾਲ ਸਹਿਮਤ। ਜਿਹੜਾ ਪਿਛਲਾ ਭਾਰਤ ਬੰਦ ਦਾ ਸੱਦਾ ਸੀ ਉਹਦੇ ਵਿੱਚ ਜਿੱਡਾ ਵੱਡਾ ਹੁੰਗਾਰਾ ਕਿਸਾਨਾਂ ਨੂੰ ਮਿਲਿਆ ਸੀ, ਉਸੇ ਕਿਸਮ ਦਾ ਹੁੰਗਾਰਾ ਅੱਜ ਰੇਲ ਰੋਕੋ ਦੇ ਵਿੱਚ ਵੀ ਕਿਸਾਨਾਂ ਨੂੰ ਮਿਲਿਆ। ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਮੁਲਕ ਭਰ ਦੇ ਵਿੱਚ ਡੇ ਬਾਈ ਡੇ ਵੱਧਦੀ ਤੁਰੀ ਜਾ ਰਹੀ ਮਹਿੰਗਾਈ, ਲੋਕਾਂ ਦਾ ਨਿਕਲ ਰਿਹਾ ਕਚੂਮਰ, ਇੱਕ ਇੱਕ ਚੀਜ਼ ਕਰਕੇ ਜਿਹੜੀ ਲੋਕਾਂ ਦੀ ਪ੍ਰਾਪਰਟੀ ਆ ਜਿਵੇਂ ਵੇਚੀ ਜਾ ਰਹੀ ਆ, ਉਹ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦੇ ਨਾਲ ਲੋਕ ਵੱਡੇ ਪੱਧਰ ਦੇ ਉੱਤੇ ਜੁੜਦੇ ਤੁਰੇ ਜਾ ਰਹੇ ਆ। ਔਰ ਅੱਜ ਦਾ ਜਿਹੜਾ ਇਹ ਰੇਲ ਰੋਕੋ ਸੀਗਾ ਦਿਨ ਪੂਰੇ ਤਰੀਕੇ ਦੇ ਨਾਲ ਸਕਸੈਸਫੁਲ ਕਿਹਾ ਜਾ ਰਿਹਾ, ਨਾ ਸਿਰਫ 4 ਜਾਂ 5 ਸੂਬਿਆਂ ਦੇ ਵਿੱਚ ਬਲਕਿ ਪੂਰੇ ਮੁਲਕ ਦੇ ਵਿੱਚ। ਜੀ ਪਨੂ ਸਾਹਿਬ, ਇਹ ਦੱਸਿਓ ਹੁਣ ਕਾਂਗਰਸ ਵਾਸਤੇ ਹਾਈ ਕਮਾਂਡ ਲਈ ਇਹ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਕਿ ਆਪਣੀ ਪੋਲੀਟੀਕਲ ਸਟਰੈਂਥ ਦਿਖਾਉਣ ਲਈ ਇਹ ਬੜਾ ਜ਼ਰੂਰੀ ਹੈ ਕਿ ਚਰਨਜੀਤ ਚੰਨੀ ਤੇ ਉਧਰ ਨਵਜੋਤ ਸਿੱਧੂ ਦੋਹਾਂ ਦਰਮਿਆਨ ਨੇੜਤਾ ਫੇਰ ਤੋਂ ਵਧੇ, ਤੇ ਇਸ ਵਾਸਤੇ ਹੁਣ ਕਿਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਹਾਈ ਕਮਾਂਡ ਵੱਲੋਂ? ਦੇਖੋ, ਹਰੀਸ਼ ਰਾਵਤ ਪੂਰੀ ਦੇਰ ਤੋਂ ਲੱਗੇ ਰਹੇ। ਮੈਂ ਤਾਂ ਪਹਿਲਾਂ ਵੀ ਕਹਿੰਦਾ ਰਿਹਾ ਵੀ ਇਹ ਜੱਟਾਂ ਦੀ ਰਾਜਨੀਤੀ ਸਮਝ ਨਹੀਂ ਆਉਣੀ, ਉਹਨਾਂ ਦੇ ਆ ਨਹੀਂ ਰਹੀ, ਹਾਈ ਕਮਾਂਡ ਦੇ ਵੀ ਸਮਝ ਨਹੀਂ ਆ ਰਹੀ। ਪਹਿਲਾਂ ਲੜਾਈ ਸੀਗੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਤੇ ਪ੍ਰਧਾਨਗੀ ਚਲੇਗੀ ਸੁਨੀਲ ਜਾਖੜ ਹੋਰਾਂ ਦੀ। ਇਹ ਨਹੀਂ ਸਮਝ ਲੱਗੀ। ਨਵਜੋਤ ਸਿੰਘ ਸਿੱਧੂ ਹੋਰੀ ਪ੍ਰਧਾਨ ਬਣ ਗਏ ਤੇ ਉਹ ਇਹ ਗੱਲ ਭੁੱਲ ਗਏ ਵੀ ਉਦੋਂ ਬਾਅਦ ਮੁੱਖ ਮੰਤਰੀ ਵੀ ਬਦਲਣਾ, ਜਾਂ ਤਾਂ ਉਹ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦਿੰਦੇ ਜਾਂ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਈ ਰੱਖਦੇ। ਫਿਰ ਜਾਖੜ ਸਾਹਿਬ ਨੂੰ ਪ੍ਰਧਾਨ ਬਣਨ ਤੋਂ ਉਹਨਾਂ ਨੇ ਰੋਕਿਆ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਪ੍ਰਧਾਨ ਬਣਨ ਤੋਂ ਉਹਨਾਂ ਨੇ ਰੋਕਿਆ, ਚਰਨਜੀਤ ਸਿੰਘ ਚੰਨੀ ਹੋਰੀ ਬਣ ਗਏ। ਇੱਕ ਦਿਨ ਤਾਂ ਚਾਹ ਚੂ ਪਿਆਉਂਦੇ ਰਹੇ, ਉਹਨਾਂ ਦਾ ਹੱਥ ਫੜ ਕੇ ਉਹ ਵਿਟਰ ਗਏ, ਦੂਜੇ ਪਾਸੇ ਨੂੰ ਤੁਰ ਪਏ ਤੇ ਨਵਜੋਤ ਸਿੰਘ ਸਿੱਧੂ ਹੋਰੀ ਉਹਨਾਂ ਦੇ ਵਿਰੋਧ 'ਚ ਖੜ ਗਏ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਿਛਲੇ ਦਿਨੀ ਅਸਤੀਫਾ ਵੀ ਦੇ ਦਿੱਤਾ। ਇਹ ਕਿਹਾ ਜਾਂਦਾ ਕਿ ਹਾਈ ਕਮਾਂਡ ਇਸ ਗੱਲ ਦੇ ਉੱਤੇ ਅੜੀ ਰਹੀ। ਪਿਛਲੇ 2 ਦਿਨ ਜਦੋਂ ਵੇਣੂ ਗੋਪਾਲ ਹੋਰਾਂ ਨੂੰ ਮਿਲ ਕੇ ਆਏ ਆ ਹਰੀਸ਼ ਰਾਵਤ ਹੋਰਾਂ ਦੇ ਨਾਲ ਦਿੱਲੀ ਦੇ ਵਿੱਚ, ਉਹ ਕਹਿੰਦੇ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਆਖੋ ਕਿ ਮੈਂ ਅਸਤੀਫਾ ਵਾਪਸ ਲਿਆ, ਜਦੋਂ ਕਿ ਨਵਜੋਤ ਸਿੰਘ ਸਿੱਧੂ ਹੋਰੀ ਚਾਹੁੰਦੇ ਆ ਕਿ ਹਾਈ ਕਮਾਂਡ ਇਹ ਕਹੇ ਕਿ ਅਸੀਂ ਉਹਨਾਂ ਦਾ ਅਸਤੀਫਾ ਰਿਜੈਕਟ ਕੀਤਾ। ਤੋ ਗੱਲ ਇੱਥੇ ਇੱਕ ਥੋੜੀ ਅੜੀ ਹੋਈ ਆ। ਸੋਨੀਆ ਗਾਂਧੀ ਹੋਰੀ 2 ਦਿਨ ਪਹਿਲਾਂ ਕਹਿੰਦੇ ਆ ਕਿ ਮੈਂ ਕਾਂਗਰਸ ਦੀ ਪ੍ਰਧਾਨ ਆ ਤੇ ਮੀਡੀਆ ਦੇ ਰਾਹੀਂ ਮੇਰੇ ਨਾਲ ਗੱਲ ਨਾ ਕਰੋ, ਮੈਨੂੰ ਡਾਇਰੈਕਟ ਮੇਰੇ ਨਾਲ ਗੱਲ ਕਰੋ, ਮੈਨੂੰ ਆ ਕੇ ਮਿਲੋ। ਉਹ ਇਹ ਕਹਿੰਦੇ ਆ ਤੇ ਅਗਲੇ ਦਿਨ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ 13 ਨੁਕਤੇ ਸੋਨੀਆ ਗਾਂਧੀ ਹੋਰਾਂ ਕੋਲੇ ਲੈ ਕੇ ਗਏ ਸੀ, ਉਹ ਆ ਕੇ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ। ਕੱਲ ਉਹਨਾਂ ਨੇ ਉਹ ਪਾ ਦਿੱਤੇ ਵੀ ਉਹਨਾਂ ਦੀ ਗੱਲ ਉੱਥੇ ਰਹਿ ਗਈ। ਹੁਣ ਕਹਾਣੀ ਫੇਰ ਉੱਥੇ ਹੀ ਖੜੀ ਆ। ਕੱਲ ਵੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਮੀਟਿੰਗ ਕਰਾਈ ਗਈ। ਇਹ ਵੀ ਪਤਾ ਲੱਗਾ ਕਿ ਅੱਜ ਫੇਰ ਇਹ ਮੀਟਿੰਗ ਚੱਲ ਰਹੀ ਹੈ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵਿਚਾਲੇ। ਕੱਲ ਰਾਤ 8 ਵਜੇ ਸ਼ੁਰੂ ਹੋਈ, 7 ਘੰਟੇ ਚੱਲੀ, ਤੜਕੇ 3 ਵਜੇ ਖਤਮ ਹੋਈ। ਚਰਨਜੀਤ ਸਿੰਘ ਚੰਨੀ ਹੋਰੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹਿੰਦੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ 13 ਨੁਕਤਿਆਂ ਦੇ ਵਾਸਤੇ, ਉਹ ਕਹਿੰਦੇ 13 ਨੁਕਤਿਆਂ ਦੀ ਛੱਡੋ, ਜਿਹੜੇ 18 ਨੁਕਤੇ ਆ ਅਸੀਂ ਤਾਂ ਉਹਨਾਂ ਦੇ ਉੱਤੇ ਵੀ ਕੰਮ ਕਰਾਂਗੇ, ਅਸੀਂ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ। ਇੱਕ ਗੱਲ ਆ ਕਿ ਜਿਹੜੇ 100 ਦਿਨ ਦੇ ਪ੍ਰੋਗਰਾਮ ਦੀ ਗੱਲ ਕਰਦੇ ਸੀਗੇ, 18 ਤਰੀਕ ਅੱਜ ਹੋ ਗਈ। ਜੇ ਸਮੇਂ ਤੇ ਚੋਣਾਂ ਹੋਣੀਆਂ ਨੇ ਤੇ ਤੁਸੀਂ ਲਾ ਕੇ ਚੱਲੋ 18 ਤੋਂ ਲੈ ਕੇ 21 ਦਸੰਬਰ ਤੱਕ ਚੋਣ ਜ਼ਾਬਤਾ ਲਗਭਗ ਲੱਗ ਜਾਣਾ, ਕਿਉਂਕਿ 40 ਕੁ ਦਿਨ ਦਾ ਸਮਾਂ ਮਿਲਦਾ ਹੁੰਦਾ। 5, 6, 7 ਫਰਵਰੀ ਨੂੰ ਜੇ ਚੋਣਾਂ ਹੁੰਦੀਆਂ ਨੇ ਤੇ ਇਹ ਦਸੰਬਰ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਚੋਣ ਜ਼ਾਬਤਾ ਲੱਗ ਜਾਣਾ। ਹੁਣ 60 ਦਿਨ ਰਹਿ ਗਏ, 30 ਤੇ 30 60 ਜਿਹੜੇ 2 ਮਹੀਨੇ ਰਹਿ ਗਏ ਪੂਰੇ, 100 ਦਿਨ ਵੀ ਨਹੀਂ ਰਹਿ ਗਿਆ।
तो ਇਹ ਜਿਹੜਾ 13 ਨਕਾਤੀ 18 ਨਕਾਤੀ ਪ੍ਰੋਗਰਾਮ ਉਹ ਕਿਵੇਂ ਚੱਲੂਗਾ? ਇਸ ਵੇਲੇ ਜਿੰਨਾ ਜ਼ੋਰ ਲੱਗਿਆ ਹੋਇਆ ਉਹ ਹੋਰਡਿੰਗਸ ਤੇ ਲੱਗਿਆ ਹੋਇਆ। ਜਿੱਧਰ ਵੇਖੋ ਹਰ ਜਗ੍ਹਾ ਦੇ ਉੱਤੇ ਹੋਰਡਿੰਗ ਚੰਨੀ ਹੋਰਾਂ ਦੇ ਲੱਗ ਰਹੇ ਆ। ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਾਉਂਦਾ ਮਸਲੇ ਹੱਲ। ਕਿਹੜੇ ਮਸਲੇ ਹੱਲ ਇਹ ਨਹੀਂ ਸਮਝ ਆਉਂਦੀ। ਜੇ ਸਰਕਾਰ ਦੇ ਤੌਰ ਦੇ ਉੱਤੇ ਲਾਈਏ ਤਾਂ ਇੱਕ ਮੰਤਰੀ ਰੁੱਝਿਆ ਹੋਇਆ ਨਜ਼ਰ ਆਉਂਦਾ ਤੇ ਰੋਜ਼ ਉਹਦੀ ਰਿਪੋਰਟ ਵੀ ਆਉਂਦੀ ਆ। ਉਹ ਹੈ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ। ਉਸ ਤੋਂ ਬਿਨਾਂ ਕੋਈ ਹੋਰ ਮੰਤਰੀ ਤੁਹਾਨੂੰ ਕਿਤੇ ਕੰਮ ਕਰਦਾ ਨਜ਼ਰ ਨਹੀਂ ਆਉਂਦਾ। ਉਹਦਾ ਕੰਮ ਵੀ ਬੋਲ ਰਿਹਾ, ਉਹਦੀ ਮਿਹਨਤ ਵੀ ਬੋਲ ਰਹੀ ਆ। 40 ਲੱਖ ਰੁਪਈਆ PRTC ਤੇ ਪਨ ਬੱਸ ਨੂੰ ਐਕਸਟਰਾ ਬਚਣਾ ਸ਼ੁਰੂ ਹੋ ਗਿਆ ਰੋਜ਼ ਦਾ। ਤੁਸੀਂ ਅੰਦਾਜ਼ਾ ਲਾਓ ਕਿ ਕਿੰਨੀ ਘਪਲੇਬਾਜ਼ੀ ਟਰਾਂਸਪੋਰਟ ਦੇ ਵਿੱਚ ਹੋ ਰਹੀ ਸੀਗੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ। ਜੇ ਰਾਜਾ ਵੜਿੰਗ ਕੰਮ ਕਰ ਸਕਦੇ ਨੇ ਤੇ ਬਾਕੀ ਮੰਤਰੀ ਕਿੱਥੇ ਗਏ? ਬੜੇ ਵੱਡੇ ਵੱਡੇ ਹੋਰਡਿੰਗਸ ਲੱਗੇ ਆ। ਬੱਬਰ ਸ਼ੇਰ, ਪੰਜਾਬ ਦੇ ਬੱਬਰ ਸ਼ੇਰ। ਹੁਣ ਇਹ ਪਤਾ ਨਹੀਂ ਕਿ ਹੋਰਡਿੰਗ ਲਵਾ ਕੇ ਉਹ ਬੱਬਰ ਸ਼ੇਰ ਕਿੱਧਰ ਨੂੰ ਨਿਕਲ ਗਏ, ਘਰਾਂ ਘਰਾਂ ਚ ਵੜ ਗਏ ਜਾਂ ਜੰਗਲ ਵੱਲ ਨੂੰ ਕਿਤੇ ਚਲੇ ਗਏ ਜੀ। ਕੋਈ ਮੰਤਰੀ ਜਿਹੜਾ ਉਹਦਾ ਕੰਮਕਾਰ ਨਜ਼ਰ ਨਹੀਂ ਆ ਰਿਹਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਹਿਲਾਂ ਇਹ ਕਿਹਾ ਸੀਗਾ ਮੈਂ ਬਿਸਤਰਾ ਆਪਣੇ ਪੰਜਾਬ ਭਵਨ ਦੇ ਵਿੱਚ ਲੈ ਗਿਆ, ਉੱਥੇ ਲਾਉਂ। ਪਤਾ ਨਹੀਂ ਉਹ ਬਿਸਤਰਾ ਲੈ ਆਏ ਆ ਕਿ ਉੱਥੇ ਹੀ ਪਿਆ ਜੇ, ਉੱਥੇ ਉਹ ਰਹਿੰਦੇ ਆ ਜਾਂ ਨਹੀਂ। ਫਿਰ ਇਹ ਵੀ ਕਿਹਾ ਸੀਗਾ ਕਿ ਮੰਤਰੀ ਉੱਥੇ ਬੈਠਣਗੇ, ਉਹ ਵੀ ਕੰਮ ਆਇਆ ਗਿਆ ਹੋ ਗਿਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ 2 ਦਿਨ ਛਾਪੇਮਾਰੀ ਦੀ ਕੀਤੀ। ਇਹ ਕਿਹਾ ਕਿ ਸਾਰਿਆਂ ਨੂੰ ਸਮੇਂ ਸਿਰ ਆਉਣ ਲਾਵਾਂਗੇ। 2 ਦਿਨ ਛਾਪੇਮਾਰੀ ਕਰਕੇ ਉਹ ਵੀ ਹਟ ਗਏ। ਪਤਾ ਨਹੀਂ ਆਉਣ ਲੱਗ ਗਏ ਸਾਰੇ ਸਮੇਂ ਦੇ ਉੱਤੇ ਜਾਂ ਨਹੀਂ। ਕੋਈ ਗੇੜਾ ਜਿਹੜਾ ਨਾ ਜੀ ਉਹ ਚੱਲਦਾ ਨਜ਼ਰ ਨਹੀਂ ਆ ਰਿਹਾ। ਕੋਈ ਲੱਗਦਾ ਨਹੀਂਗਾ ਕਿ ਇਸ ਹਿਸਾਬ ਦੇ ਨਾਲ ਇਹ ਕੰਮ ਚੱਲੂਗਾ। ਨਵਜੋਤ ਸਿੰਘ ਸਿੱਧੂ ਹੋਰੀ ਚਾਹੁੰਦੇ ਕੀ ਨੇ ਇਹ ਵੀ ਸਮਝ ਨਹੀਂ ਲੱਗ ਰਹੀ। ਚਰਨਜੀਤ ਸਿੰਘ ਚੰਨੀ ਹੋਰੀ ਇਸ ਕਿਸਮ ਦੇ ਨਾਲ ਕਿਉਂ ਚੱਲ ਪਏ ਵੀ ਸਿਰਫ ਹੋਰਡਿੰਗਸ ਲਵਾਓ ਤੇ ਕੰਮ ਸਾਰਾ ਚੱਲ ਜਾਣਾ? ਇਹ ਵੀ ਕੋਈ ਸਮਝ ਨਹੀਂ ਆ ਰਹੀ। ਬਾਕੀ ਜਿਹੜੇ ਮੰਤਰੀ ਜਿਨ੍ਹਾਂ ਨੇ ਭੱਜ ਨੱਟ ਕਰਕੇ ਹਾਈ ਕਮਾਂਡ ਤੱਕ ਵੱਡੇ ਵੱਡੇ ਮਹਿਕਮੇ ਤਾਂ ਆਪਣੀ ਝੋਲੀ ਦੇ ਵਿੱਚ ਪਵਾ ਲਏ, ਉਹ ਮਹਿਕਮੇ ਲੈ ਕੇ ਚੁੱਪ ਕਰਕੇ ਕਿਉਂ ਬਹਿ ਗਏ? ਇਹ ਵੀ ਸਮਝ ਨਹੀਂ ਪੈ ਰਿਹਾ ਜੀ। ਇਹ ਤਾਂ ਪਨੂਸਾ ਉਹੀ ਗੱਲ ਹੋ ਗਈ, ਨਵਜੋਤ ਸਿੱਧੂ ਦਾ ਅਸਤੀਫਾ ਲਤੀਫਾ ਜਿਹਾ ਬਣ ਕੇ ਰਹਿ ਗਿਆ। ਸਮਝ ਨਹੀਂ ਆ ਰਿਹਾ ਵੀ ਹੈ ਕੀ। ਕੁਝ ਇਹ ਕਹਿ ਸਕਦੇ ਹੋ ਥੋੜੀ ਬੇਤਬਾਰੀ ਤਾਂ ਜਿਹੜੀ ਉਹ ਹੋ ਗਈ, ਇਹਦੇ 'ਚ ਕੋਈ ਸ਼ੱਕ ਨਹੀਂ। ਕਿਉਂਕਿ ਜੋ ਅੱਜ ਤੋਂ ਤੁਸੀਂ ਲਾ ਕੇ ਚੱਲੋ ਜੀ 6 ਮਹੀਨੇ ਪਹਿਲਾਂ ਪੋਜੀਸ਼ਨ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਜਦੋਂ ਉਹ ਵੱਖ-ਵੱਖ ਮੁੱਦਿਆਂ ਨੂੰ ਬੜੇ ਜ਼ੋਰਦਾਰ ਤਰੀਕੇ ਨਾਲ ਉਠਾ ਰਹੇ ਸੀ, ਅੱਜ ਉਹਨਾਂ ਨੇ ਆਪਣੀ ਸਥਿਤੀ ਹਾਸੋਹੀਣੀ ਜੀ ਆਪ ਹੀ ਕਰ ਲਈ। ਉਹਨਾਂ ਦੀ ਸਥਿਤੀ ਜਿਹੜੀ ਹੈ ਨਾ ਜੀ ਉਹ ਪੰਜਾਬੀ ਦੇ ਉਸ ਅਖਾਣ ਵਰਗੀ ਕਰ ਲਈ ਹੈ ਵੀ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਅੱਛਾ ਪਨੂ ਸਾਹਿਬ ਇਹ ਦੱਸਿਓ ਵੀ ਕੈਪਟਨ ਸੰਦੀਪ ਸੰਧੂ ਨੇ ਮੁਹੰਮਦ ਮੁਸਤਫਾ ਦੇ ਧਮਕੀ ਵਾਲੇ ਦੋਸ਼ਾਂ ਨੂੰ ਨਕਾਰਿਆ। ਕੀ ਕਹਿ ਰਹੇ ਨੇ ਸੰਧੂ ਹੁਣ, ਕੈਪਟਨ ਸੰਦੀਪ ਸੰਧੂ? ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪ੍ਰਿੰਸੀਪਲ ਸਟ੍ਰੈਟੇਜਿਕ ਐਡਵਾਈਜ਼ਰ ਜਿਹੜੇ ਨੇ ਸਾਬਕਾ DGP ਮੁਹੰਮਦ ਮੁਸਤਫਾ ਹੋਰਾਂ ਨੇ ਇਹ ਗੱਲ ਕਹੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਕੈਪਟਨ ਸੰਦੀਪ ਸੰਧੂ ਤੋਂ ਉਹਨਾਂ ਨੂੰ ਇਹ ਧਮਕੀ ਦਵਾਈ ਸੀਗੀ ਕਿ ਜੱਟਾਂ ਵਾਲੀ ਕਰਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਗਲੀਆਂ ਦੇ ਵਿੱਚ ਘੜੀਸਾਂਗੇ। ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਧਮਕੀ ਇਹ ਕਿਹਾ, ਇਹਦਾ ਜ਼ਿਕਰ ਕੀਤਾ ਸੀਗਾ ਮੁਹੰਮਦ ਮੁਸਤਫਾ ਹੋਰਾਂ ਨੇ। ਹੁਣ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰਾਜਸੀ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ ਨੇ ਇਸ ਗੱਲ ਨੂੰ ਬਿਲਕੁਲ ਖਾਰਜ ਕੀਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਝੂਠੇ ਤੇ ਆਧਾਰਹੀਨ ਦੋਸ਼ ਲਾ ਰਹੇ ਆ ਮੁਹੰਮਦ ਮੁਸਤਫਾ। ਇਹ ਕਿਹਾ ਕਿ ਮੈਂ ਉਹਨਾਂ ਨੂੰ ਕਦੀ ਵੀ ਇਦਾਂ ਦੀ ਕੋਈ ਗੱਲ ਨਹੀਂ ਕਹੀ ਜਿਹੜੇ ਉਹ ਦੋਸ਼ ਲਾ ਰਹੇ ਆ। ਇਹ ਵੀ ਕਿਹਾ ਕਿ ਮੈਨੂੰ ਜਨਤਕ ਪਿੜ ਦੇ ਵਿੱਚ ਵਿਚਰਦਿਆਂ 2 ਦਹਾਕਿਆਂ ਦਾ ਸਮਾਂ ਹੋ ਗਿਆ। ਮੈਂ ਬੜੇ ਲੋਕਾਂ ਨਾਲ ਗੱਲਬਾਤ ਕੀਤੀ ਆ, ਮੈਂ ਕਦੀ ਕਿਸੇ ਨੂੰ ਧਮਕੀ ਵਾਲੀ ਗੱਲ ਨਹੀਂ ਕਹੀ। ਪਰ ਮੁਹੰਮਦ ਮੁਸਤਫਾ ਹੋਰਾਂ ਨੇ ਬਕਾਇਦਾ ਤਰੀਕਾ ਲਿਖ ਕੇ ਔਰ ਨਾ ਲਿਖ ਕੇ ਕੈਪਟਨ ਸੰਦੀਪ ਸੰਧੂ ਹੋਰਾਂ ਦੇ ਉੱਤੇ ਇਹ ਦੋਸ਼ ਲਾਏ ਸੀਗੇ ਕਿ ਟੈਲੀਫੋਨ ਦੇ ਰਾਹੀਂ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਤੁਹਾਨੂੰ ਗਲੀਆਂ ਦੇ ਵਿੱਚ ਘੜੀਸਾਂਗੇ। ਉਹਨਾਂ ਨੇ ਕਿਹਾ ਕਿ ਕੈਪਟਨ ਸੰਦੀਪ ਸੰਧੂ ਹੋਰਾਂ ਨੇ ਉਦੋਂ ਇਹ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸੁਨੇਹਾ ਜਿਹੜਾ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ। ਤੇ ਪਨੂ ਸਾਹਿਬ ਬਰੀਫਲੀ ਦੱਸਿਓ, ਬੰਗਲਾਦੇਸ਼ ਦੇ ਵਿੱਚੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਮੰਦਰਾਂ ਦੇ ਉੱਪਰ ਅਟੈਕ ਵਗੈਰਾ ਹੋਏ, ਸਾੜ ਫੂਕ ਕੀਤੀ ਗਈ, ਤੇ ਉਹ ਤੋਂ ਮਗਰੋਂ ਫਿਰ ਇੱਧਰ ਵੀ ਕੁਝ ਬਿਆਨਬਾਜ਼ੀ ਵਗੈਰਾ ਇੰਡੀਆ ਵਾਲੇ ਪਾਸੇ ਵੀ ਹੋਈ ਹੈ। ਕੀ ਹੋ ਰਿਹਾ ਜੀ ਉੱਥੇ? ਦੇਖੋ, ਸਬੰਧ ਭਾਰਤ ਦੇ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਕਿਹੋ ਜਿਹੇ ਨੇ ਵਿਸਥਾਰ 'ਚ ਕਿਸੇ ਦਿਨ ਆਪਾਂ ਗੱਲ ਕਰ ਲਾਂਗੇ। ਕੋਈ
ਛੋਟਾ ਮੋਟਾ ਮੁਲਕ ਜਿਹੜਾ ਨਾ ਜੀ ਨੇਪਾਲ ਵਰਗਾ ਵੀ ਉਹ ਵੀ ਅੱਖਾਂ ਦਿਖਾਈ ਜਾਂਦਾ। ਬੰਗਲਾਦੇਸ਼ ਦੇ ਵਿੱਚ ਇੱਥੇ ਹਿੰਸਕ ਘਟਨਾਵਾਂ ਹਿੰਦੂ ਭਾਈਚਾਰੇ ਦੇ ਖਿਲਾਫ ਭੜਕੀਆਂ ਨੇ। ਹਿੰਦੂ ਮੰਦਿਰ ਤੇ ਸ਼ਰਧਾਲੂਆਂ ਦੇ ਉੱਤੇ ਜਾਨਲੇਵਾ ਹਮਲੇ ਹੋਏ ਨੇ। ਕੁਝ ਘਰਾਂ ਨੂੰ ਅੱਗ ਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਅਸਲ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪਾਈ ਇੱਕ ਪੋਸਟ ਨੂੰ ਲੈ ਕੇ ਕੁਝ ਲੋਕਾਂ ਨੇ ਹਿੰਦੂ ਭਾਈਚਾਰੇ ਦੇ ਘਰਾਂ ਨੂੰ ਅੱਗ ਲਾਈ। 20 ਦੇ ਕਰੀਬ ਘਰ ਜਿਹੜੇ ਉਹ ਬਿਲਕੁਲ ਸਵਾਹ ਹੋ ਗਏ ਸੜ ਕੇ। ਯੂਨੀਅਨ ਪਰਿਸ਼ਦ ਦੇ ਚੇਅਰਮੈਨ ਮੁਹੰਮਦ ਸਦੀਕੋ ਇਸਲਾਮ ਨੇ ਇਹ ਕਿਹਾ ਕਿ 65 ਘਰਾਂ ਨੂੰ ਅੱਗ ਲਾਈ ਗਈ ਆ। ਪੁਲਿਸ ਦੇ ਮੁਤਾਬਕ ਇੱਕ ਹਿੰਦੂ ਵਿਅਕਤੀ ਨੇ ਫੇਸਬੁੱਕ ਦੇ ਉੱਤੇ ਧਰਮ ਨੂੰ ਲੈ ਕੇ ਕੁਝ ਅਪਮਾਨਜਨਕ ਪੋਸਟ ਕੀਤਾ ਸੀ, ਜਿਹਦੇ ਤੋਂ ਬਾਅਦ ਇਹ ਦੰਗੇ ਭੜਕੇ। ਬੰਗਲਾਦੇਸ਼ ਦੇ 2 ਮੰਤਰੀਆਂ ਨੇ ਇਸ ਮਾਮਲੇ ਦੇ ਵਿੱਚ ਬਿਆਨ ਜਿਹੜੇ ਦਿੱਤੇ। ਇੱਕ ਤਾਂ ਗ੍ਰਹਿ ਮੰਤਰੀ ਅਸੁਜਮਨ ਖਾਨ ਨੇ ਇਹ ਕਿਹਾ ਕਿ ਦੁਰਗਾ ਪੂਜਾ ਦੇ ਦੌਰਾਨ ਪੰਡਾਲਾਂ ਦੇ ਵਿੱਚ ਜਿਹੜੇ ਹਮਲੇ ਹੋਏ ਉਹ ਪ੍ਰੀ ਪਲਾਨ ਸੀਗੇ, ਸਾਜ਼ਿਸ਼ ਦੇ ਤਹਿਤ ਕੀਤੇ ਗਏ। ਜਦੋਂ ਕਿ ਸੂਚਨਾ ਰਾਜ ਮੰਤਰੀ ਮੁਰਾਦ ਹਸਨ ਨੇ ਇਹ ਕਿਹਾ ਕਿ ਇਸਲਾਮ ਦੇਸ਼ ਦਾ ਇਹ ਧਰਮ ਨਿਗਾ। ਅਸਦੁਜਮਨ ਖਾਨ ਨੇ ਮੰਦਰਾਂ ਦੇ ਉੱਤੇ ਹਮਲਿਆਂ ਨੂੰ ਲੈ ਕੇ ਇਹ ਗੱਲ ਕਹੀ ਆ ਕਿ ਉਹਨਾਂ ਦਾ ਮਕਸਦ ਬੰਗਲਾਦੇਸ਼ ਦੇ ਵਿੱਚ ਜਿਹੜੀ ਸੰਪਰਦਾਇਕਤਾ ਸੀਗੀ ਉਹਨੂੰ ਖਤਮ ਕਰਨਾ ਹੈ। ਇਹਨੂੰ ਕਈ ਐਂਗਲ ਤੋਂ ਜਿਹੜਾ ਉਹ ਦੇਖਿਆ ਜਾ ਰਿਹਾ ਔਰ ਇਹਨੂੰ ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਦੇ ਉਹਨਾਂ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਦਿੱਤੇ ਗਏ ਬਿਆਨ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਜੀ। ਤੇ ਪੰਨੂ ਸਾਹਿਬ ਅੱਜ ਨਾਮਾ ਕੀ ਹੈ ਜੀ? ਕਿ ਚੰਗੇ ਲੱਗਣ ਨਹੀਂ ਵਕਤ ਦੇ ਢੰਗ ਬੇਲੀ ਖਿੱਚੀ ਜਾਂਦੀ ਆ ਦਿਸ ਰਹੀ ਟੰਗ ਬੇਲੀ। ਚੰਗੇ ਲੱਗਣ ਨਹੀਂ ਵਕਤ ਦੇ ਢੰਗ ਬੇਲੀ ਖਿੱਚੀ ਜਾਂਦੀ ਆ ਦਿਸ ਰਹੀ ਟੰਗ ਬੇਲੀ। ਦਿੱਲੀ ਬਾਹਰ ਕਿਸਾਨੀ ਦੀ ਗੱਡ ਅਟਕੀ ਅੱਗੇ ਜਾਵਣ ਦਾ ਦਿਸੇ ਨਾ ਰੰਗ ਬੇਲੀ। ਖੱਬੇ ਸੱਜੇ ਚਵਾਤੀ ਕੀ ਲਾਉਣ ਵਾਲੇ ਹਟਦੇ ਕਰਨ ਤੋਂ ਕਦੇ ਨਹੀਂ ਤੰਗ ਬੇਲੀ। ਫਿਰਕੂ ਨਾਗਾਂ ਫਲਾਏ ਜੇ ਫਨ ਲੱਗਦੇ ਮਿਲਿਆ ਮੌਕਾ ਤੇ ਮਾਰਨਗੇ ਡੰਗ ਬੇਲੀ। ਸਮਝੋ ਕਦੀ ਉਹ ਧਿਰ ਕਮਜ਼ੋਰ ਨਾ ਜੀ ਜਿਹਦੀ ਨੀਂਦ ਹੈ ਪਈ ਉਡਾਈ ਬੇਲੀ। ਸਮਝੋ ਕਦੀ ਉਹ ਧਿਰ ਕਮਜ਼ੋਰ ਨਾ ਜੀ ਜਿਹਦੀ ਨੀਂਦ ਹੈ ਪਈ ਉਡਾਈ ਬੇਲੀ। ਛੇਤੀ ਚਾਵੇ ਉਹ ਖਹਿੜਾ ਛਡਾਵਣੇ ਨੂੰ ਮੂਹਰੇ ਚੋਣ ਵੀ ਆਈ ਕਿ ਆਈ ਬੇਲੀ। ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਕੱਲ ਫੇਰ ਗੱਲ ਕਰਦੇ ਹਾਂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਥੈਂਕ ਯੂ ਜੀ।